हालेलुया। सारे मेरे को जानते दी प्यार रखते बच्चे ਨੂੰ ਸੁਣਨ ਦੇ ਲਈ ਅੱਜ ਕੀ ਆ ਅੱਜ ਈਸਟਰ ਹੈ ਨਾ ਈਸਟਰ ਪ੍ਰਭੂ ਯਿਸੂ ਮਸੀਹ ਦਾ ਜੀ ਉਠਣ ਦਾ ਦਿਨ ਸੰਸਾਰ ਦੇ ਵਿੱਚ ਦੋ ਦਿਨ ਤਾਂ ਮਨਾਏ ਜਾਂਦੇ ਆ ਹਰੇਕ ਦੇ ਇਨਸਾਨ ਦੇ ਵਿੱਚ ਮਨਾਉਂਦੇ ਆ ਜਨਮ ਦਿਨ ਤੇ ਇੱਕ ਉਸਦਾ ਪੂਰਾ ਹੋਣ ਦਾ ਦਿਨ ਜਿਹਨੂੰ ਮਰਨ ਦਿਨ ਕਹਿੰਦੇ ਆ ਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ 3 ਦਿਨ ਮਨਾਏ ਜਾਂਦੇ ਆ ਜਨਮ ਦਿਨ ਮਰਨ ਦਿਨ ਗੁੱਡ ਫਰਾਈਡੇ ਤੇ ਈਸਟਰ ਜੀ ਉਠਣ ਦਾ ਦਿਨ ਹਾਲੇਲੂਇਆ ਦੁਨੀਆ ਦੇ ਵਿੱਚ ਕਿਸੇ ਦਾ ਜੀ ਉਠਣ ਦਾ ਦਿਨ ਨਹੀਂ ਮਨਾਇਆ ਜਾਂਦਾ ਪ੍ਰਭੂ ਯਿਸੂ ਮਸੀਹ ਦਾ ਮਨਾਇਆ ਜਾਂਦਾ ਹੈ ਹਾਲੇਲੂਇਆ ਇੱਕ ਯਿਸੂ ਮਸੀਹ ਦੇ ਜ਼ੋਰਦਾਰ ਤਾੜੀ ਦਿਆ ਦਿਓ ਹਾਲੇਲੂਇਆ 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 ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤਾਂ ਉੱਤੇ ਕੀ ਲਿਖਿਆ ਵਾ ਜਦੋਂ ਅਸੀਂ ਮਰਕੁਸ ਦੀ ਅੰਜੀਲ ਉਹਦਾ 16ਵਾਂ ਅਧਿਆਇ ਉਹਦੀ ਇੱਕ ਆਇਤ ਤੋਂ ਪੜਾਂਗੇ ਜਦੋਂ ਮਰਕੁਸ ਦਾ 16ਵਾਂ ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਯਿਸੂ ਮਸੀਹ ਦੇ ਜੀ ਉਠਣ ਦੇ ਬਾਰੇ ਬਿਆਨ ਹੋਇਆ ਆ ਬਾਈਬਲ ਇਸ ਤਰ੍ਹਾਂ ਕਹਿੰਦੀ ਹੈ ਜਦੋਂ ਯਿਸੂ ਮਸੀਹ ਸ਼ੁੱਕਰਵਾਰ ਵਾਲੇ ਦਿਨ ਸਲੀਬ ਤੇ ਚੜਾਏ ਗਏ ਤੇ 3 ਦਿਨ ਯਿਸੂ ਮਸੀਹ ਕਬਰ ਦੇ ਵਿੱਚ ਰਹੇ ਸ਼ੁੱਕਰਵਾਰ ਦਾ ਦਿਨ ਸ਼ਨੀਵਾਰ ਦਾ ਦਿਨ ਤੇ ਐਤਵਾਰ ਪ੍ਰਭੂ ਯਿਸੂ ਮਸੀਹ ਜੀ ਉੱਠੇ ਜੀ ਉੱਠਣ ਤੋਂ ਪਹਿਲਾਂ ਕੀ ਹੋਇਆ ਜਦੋਂ ਯਿਸੂ ਮਸੀਹ ਕਬਰ ਦੇ ਉੱਤੇ ਸੀਗੇ ਤਾਂ ਕੀ ਹੋਇਆ ਪੜਾਂਗੇ ਮਰਕੁਸ ਦੀ ਅੰਜੀਲ ਉਹਦਾ 16ਵਾਂ ਅਧਿਆਇ ਉਹਦੀ ਇੱਕ ਆਇਤ ਤੋਂ ਮਾਈਕ ਦੇ ਵਿੱਚ ਪੜ੍ਹੋ जब सबत का दिन बीत गया तो मरियम मगदलीनी और याकूब की माता मरियम और सलोमी ने सुगंधित वस्तुएं मोल ली कि आकर उस पर मरे जे दो मरियम ਸੀਗੇ ਕਿ ਮਰੀਮ ਸੀ ਕਿ ਮਰੀਮ ਮਗਦਲੀਨ ਤੇ ਉਹਨਾਂ ਨੇ ਕੀ ਕੀਤਾ ਸੁਗੰਧਿਤ ਵਸਤੂਆਂ ਲਈਆਂ ਕਿ ਯਿਸੂ ਮਸੀਹ ਦੇ ਸਰੀਰ ਉੱਤੇ ਜਾ ਕੇ ਕੀ ਕਰਨ ਮਰਨ ਹਾਂਜੀ ਫਿਰ ਕੀ ਹੋਇਆ सप्ताह के पहले दिन सप्ताह का पहला दिन आज का दिन ऐतवार का दिन हां जी सप्ताह के पहले दिन बड़े भोर जब सूरज निकला ही था ਜਦੋਂ ਸਵੇਰ ਦਾ ਸਮਾਂ ਸੀਗਾ ਸੂਰਜ ਨਿਕਲਿਆ ਹੀ ਸੀਗਾ ਜੇ हां जी मैं कब्र पर आई हां और आपस में कहती थी हमारे लिए कब्र के द्वार पर से पत्थर कौन लुढ़काएगा ਜਦੋਂ ਮਰੀਮ ਤੇ ਮਰੀਮ ਮਗਦਲੀਨ ਕਬਰ ਦੇ ਵੱਲ ਆ ਰਹੀਆਂ ਸੀਗੀਆਂ ਤਾਂ ਰਸਤੇ ਦੇ ਵਿੱਚ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀਗੀਆਂ ਕਿ ਯਿਸੂ ਮਸੀਹ ਦੀ ਕਬਰ ਦੇ ਮੋਹਰੇ ਜਿਹੜਾ ਪੱਥਰ ਹੈ ਉਹਨੂੰ ਕੌਣ ਹਟਾਏਗਾ ਯਿਸੂ ਮਸੀਹ ਦੀ ਜਿਹੜੀ ਕਬਰ ਦੇ ਮੋਹਰੇ ਪੱਥਰ ਬਹੁਤ ਭਾਰਾ ਰੱਖਿਆ ਹੋਇਆ ਸੀਗਾ ਉਸ ਨੂੰ ਇੱਕ ਬੰਦਾ ਜਾਂ ਦੋ ਬੰਦੇ ਹਟਾ ਨਹੀਂ ਸੀਗਾ ਸਕਦੇ ਉਹ ਪੱਕਾ ਸੀਲ ਕੀਤਾ ਹੋਇਆ ਸੀਗਾ ਤੇ ਦੋਵੇਂ ਆਪਸ ਵਿੱਚ ਗੱਲਬਾਤ ਕਰਦੀਆਂ ਆਂਦੀਆਂ ਕਿ ਸਾਡੇ मोरे पत्थर पे आया उस कबर दे मोरे पत्थर पे आया ਉਹਨੂੰ ਕੌਣ ਦੂਰ ਕਰੇਗਾ ਕਈ ਵਾਰ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਇੱਕ ਪੱਥਰ ਹੁੰਦਾ ਆ ਪੱਥਰ ਮਤਲਬ ਕੋਈ ਮੁਸੀਬਤ ਕੋਈ ਰੁਕਾਵਟ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਬੱਚਿਆਂ ਦੀ ਜੀਵਨ ਦੇ ਵਿੱਚ ਜਾਂ ਸਾਡੇ ਘਰਾਂ ਦੇ ਵਿੱਚ ਫੈਮਲੀਆਂ ਦੇ ਵਿੱਚ ਜਾਂ ਸਾਡੇ ਕੰਮਾਂ ਕਾਰਾਂ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਹੁੰਦੀ ਆ ਕਈ ਵਾਰ ਸਾਡੇ ਵੀ ਮਨ ਦੇ ਵਿੱਚ ਆਉਣ ਲੱਗ ਪੈਂਦਾ ਕਿ ਸਾਡੀ ਇਹ ਰੁਕਾਵਟ ਹੈ ਸਾਡੇ ਜਿਹੜਾ ਜੀਵਨ ਦੇ ਵਿੱਚ ਪੱਥਰ ਹੈ ਇਹਨੂੰ ਕੌਣ ਹਟਾਏਗਾ ਹਾਲੇਲੂਇਆ ਸਾਡੇ ਕਈ ਵਾਰ ਮਨ ਦੇ ਵਿੱਚ ਖਿਆਲ ਆਉਣ ਲੱਗ ਪੈਂਦੇ ਆ ਕਿ ਇਹਨਾਂ ਪੱਥਰ ਨੂੰ ਕੌਣ ਦੂਰ ਕਰੇਗਾ ਤਾਂ ਕੀ ਹੋਇਆ ਜਦੋਂ ਮਰੀਮ ਤੇ ਮਗਦਲੀਨ ਜਾ ਰਹੇ ਸੀ ਉਹ ਵੀ ਆਪਸ ਵਿੱਚ ਇਹੀ ਗੱਲਾਂ ਕਰ ਰਹੇ ਸੀਗੇ ਕਿ ਯਿਸੂ ਮਸੀਹ ਦੀ ਕਬਰ ਤੇ ਜਾਣਾ ਸਾਡੇ ਕੋਲ ਪੱਥਰ ਹੈ ਕੌਣ ਹਟਾਏਗਾ ਹਾਲੇਲੂਇਆ ਕੀ ਹੋਇਆ ਫਿਰ ਜਦੋਂ ਕਬਰ ਵੱਲ ਜਾ ਰਹੀਆਂ ਸੀਆਂ ਕਿੱਦਾਂ ਉਹ ਪੱਥਰ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ ਪੱਥਰ ਕਿੱਦਾਂ ਦੂਰ ਹੋਏਗਾ ਜਿਸ ਤਰ੍ਹਾਂ ਮਰੀਮ ਤੇ ਮਗਦਲੀਨ ਦੇ ਕੋਲੇ ਪੱਥਰ ਸੀਗਾ ਉਹ ਕਿੱਦਾਂ ਦੂਰ ਹੋਇਆ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਅਗਰ ਪੱਥਰ ਹੈ ਕੋਈ ਰੁਕਾਵਟ ਹੈ ਕੋਈ ਮੁਸੀਬਤ ਹੈ ਉਹ ਕਿੱਦਾਂ ਦੂਰ ਹੋਣੀ ਆ ਦੇਖਾਂਗੇ ਵਚਨ ਦੇ ਵਿੱਚ ਅੱਗੇ ਪੜਾਂਗੇ जब उन्होंने आंख उठाई तो देखा कि पत्थर रुका हुआ है हाँ ਜਦੋਂ ਕਬਰ ਤੇ ਪਹੁੰਚੀਆਂ ਤਾਂ ਉਹਨਾਂ ਨੇ ਦੇਖਿਆ ਕੀ ਦੇਖਿਆ ਕਿ ਜਿਹੜਾ ਪੱਥਰ ਹੈ ਉਹ ਸੈਟ ਤੇ ਹੋਇਆ ਵਾ ਆਪਣੇ ਆਪ ਹਾਲੇਲੂਇਆ ਆਪਣੇ ਆਪ ਸੈਟ ਤੇ ਦੇਖਿਆ ਪਰ ਉਹਨੂੰ ਪੱਥਰ ਨੂੰ ਦੂਰ
ਹਾਲੇਲੂਇਆ। ਪਰਮੇਸ਼ਰ ਨੇ ਆਪਣੇ ਸਵਰਗਦੂਤ ਭੇਜ ਦਿੱਤੇ ਸੀਗੇ ਕਿ ਉਹ ਜਿਹੜਾ ਪੱਥਰ ਹੈ ਉਹ ਸੈਟ ਤੇ ਹੋ ਜਾਏ। ਇਹਦਾ ਜਿਹੜਾ ਸਾਨੂੰ ਵਰਣਨ ਹੈ ਉਹ ਮੱਤੀ ਦੇ ਵਿੱਚ ਮਿਲਦਾ ਆ। ਜਦੋਂ ਮੱਤੀ 28ਵਾਂ ਅਧਿਆਇ ਉਹਦੀ ਇੱਕ ਆਇਤ ਪੜ੍ਹਦੇ ਆ, ਪੜੋ ਮੱਤੀ ਦੀ ਅੰਜੀਲ ਉਹਦਾ 28ਵਾਂ ਅਧਿਆਇ ਉਹਦੀ ਇੱਕ ਆਇਤ ਤੋਂ ਪੜ੍ਹਨਾ ਸ਼ੁਰੂ ਕਰੋ। ਮੱਤੀ ਦੀ ਅੰਜੀਲ ਉਹਦਾ 28ਵਾਂ ਅਧਿਆਇ। सबत के दिन के बाद सप्ताह के पहले दिन हाँ जी। वो फटते ही मरियम मगदलीनी और दूसरी मरियम कब्र को देखने आई। हाँ जी। और देखो एक बड़ा भूकंप हुआ, एक बड़ा भूचाल आया, क्योंकि प्रभु का एक दूत स्वर्ग से उतरा, प्रभु का स्वर्गदूत थले उतर आया। हाँ जी। और पास आकर उसने पत्थर को लुढ़का दिया। हाँ जी। परमेश्वर ने अपने स्वर्गदूत ਨੂੰ ਘੱਲਿਆ ਕਿ ਉਹ ਕੀ ਕਰੇ, ਜਿਹੜਾ ਮਰੀਮ ਤੇ ਮਰੀਮ ਮਗਦਲੀਨ ਦੇ ਰਸਤੇ ਦੇ ਵਿੱਚ ਪੱਥਰ ਹੈ ਉਹ ਪੱਥਰ ਨੂੰ ਕੀ ਕਰੇ, ਦੂਰ ਕਰੇ, ਜਿਹੜਾ ਕਬਰ ਦੇ ਮੂਹਰੇ ਲੱਗਿਆ ਹੋਇਆ ਆ। हाँ जी। और उस पर बैठ गया। हाँ ਤੇ ਕਬਰ ਤੇ ਜਿਹੜਾ ਪੱਥਰ ਮੂਹਰੇ ਲੱਗਿਆ ਸੀਗਾ ਉਹ ਸਾਈਡ ਕਰਕੇ ਉਹਦੇ ਉੱਪਰ ਬੈਠ ਗਿਆ। हाँ जी। उसका रूप बिजली का था और उसका वस्त्र पाले के समान उज्जवल था। हाँ। उसके ਜਦੋਂ ਮਰੀਮ ਤੇ ਮਗਦਲੀਨ ਕਬਰ ਦੇ ਕੋਲ ਆਈਆਂ ਤਾਂ ਕੀ ਕੀਤਾ, ਸਵਰਗਦੂਤ ਨੇ ਪੱਥਰ ਸਾਈਡ ਤੇ ਕਰ ਦਿੱਤਾ। ਹਾਲੇਲੂਇਆ। ਅਗਰ ਸਾਡੀ ਵੀ ਜ਼ਿੰਦਗੀ ਦੇ ਵਿੱਚ ਕੋਈ ਪੱਥਰ ਹੈ, ਦੇਖੋ ਜਦੋਂ ਮਰੀਮ ਤੇ ਮਰੀਮ ਮਗਦਲੀਨ ਘਰੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਪੱਥਰ ਹੈ, ਪਰ ਫਿਰ ਵੀ ਉਹ ਕੀ ਕਰਦੀਆਂ ਰਹੀਆਂ, ਕਬਰ ਦੇ ਵੱਲ ਚੱਲਦੀਆਂ ਰਹੀਆਂ। ਕਬਰ ਦੇ ਵੱਲ ਉਹਨਾਂ ਨੂੰ ਵਿਸ਼ਵਾਸ ਸੀਗਾ ਅੰਦਰ ਕਿ ਪਰਮੇਸ਼ਰ ਇੰਤਜ਼ਾਮ ਕਰੇਗਾ। ਜਦੋਂ ਅਸੀਂ ਵੀ ਵਿਸ਼ਵਾਸ ਦੇ ਨਾਲ ਯਿਸੂ ਮਸੀਹ ਦੇ ਪਿੱਛੇ ਚੱਲਦੇ ਹਾਂ, ਉਹਨਾਂ ਦੇ ਵਚਨਾਂ ਦੇ ਪਿੱਛੇ ਚੱਲਦੇ ਹਾਂ, ਕਦੇ ਪਿੱਛੇ ਨਹੀਂ ਹਟਦੇ, ਤੇ ਪਰਮੇਸ਼ਰ ਸਮੇਂ-ਸਮੇਂ ਤੇ ਆਪਣੇ ਸਵਰਗਦੂਤਾਂ ਨੂੰ ਘੱਲਦਾ ਆ ਤੇ ਉਹ ਸਾਰੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਪੱਥਰ ਹੁੰਦੇ ਆ, ਰੁਕਾਵਟਾਂ ਹੁੰਦੀਆਂ, ਦੂਰ ਕਰ ਦਿੰਦਾ ਸਵਰਗਦੂਤਾਂ ਨੂੰ ਭੇਜ ਕੇ। ਹਾਲੇਲੂਇਆ। ਕਦੇ ਵੀ ਨਹੀਂ ਰੁਕਣਾ। ਪ੍ਰੋਬਲਮ ਆਏਗੀ, ਸਮੱਸਿਆ ਆਏਗੀ, ਚੱਲਦੇ ਜਾਣਾ ਯਿਸੂ ਮਸੀਹ ਦੇ ਪਿੱਛੇ। ਆਮੀਨ। ਹਰ ਤੁਹਾਡਾ ਪੱਥਰ ਦੂਰ ਕਰੇਗਾ ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਘੱਲ ਕੇ। ਜਦੋਂ ਮਰੀਮ ਮਗਦਲੀਨ ਦੋਏ ਮਰੀਮ ਕਬਰ ਉੱਤੇ ਆਈਆਂ, ਉਹਨੇ ਕੀ ਦੇਖਿਆ, ਪੱਥਰ ਜਿਹੜਾ ਸਾਈਡ ਤੇ ਹੋਇਆ ਦੇਖਿਆ ਤੇ ਉਹਨਾਂ ਨੇ ਸਵਰਗਦੂਤਾਂ ਨੂੰ ਦੇਖਿਆ ਤੇ ਸਵਰਗਦੂਤਾਂ ਨੂੰ ਦੇਖ ਕੇ ਡਰ ਗਈਆਂ। ਪੜਾਂਗੇ ਕਿ उसके भय से पहरुए कांप उठे और मृतक समान हो गए। ਤੇ ਯਿਸੂ ਮਸੀਹ ਦੀ ਕਬਰ ਤੇ ਰਖਵਾਲੀ ਵੀ ਕੀਤੀ ਜਾਂਦੀ ਸੀਗੀ। ਤਿੰਨ ਯਿਸੂ ਮਸੀਹ ਦੀ ਕਬਰ ਦੀ ਰਖਵਾਲੀ ਕੀਤੀ ਤੇ ਜਿਹੜੇ ਉੱਥੇ ਪਹਿਰਾ ਦਿੰਦੇ ਸੀਗੇ ਯਿਸੂ ਮਸੀਹ ਦੀ ਕੋਈ ਲਾਸ਼ ਨੂੰ ਚੋਰੀ ਕਰਕੇ ਨਾ ਲੈ ਜਾਵੇ। ਜਿਸ ਤਰ੍ਹਾਂ ਅਸੀਂ ਪਿਛਲੇ ਸ਼ੁੱਕਰਵਾਰ ਦੇਖਿਆ ਸੀਗਾ ਕਿ ਯਿਸੂ ਮਸੀਹ ਦੀ ਕਬਰ ਦੀ ਕੀ ਕੀਤੀ ਜਾਂਦੀ ਸੀਗੀ, ਰਖਵਾਲੀ। ਤੇ ਉਹ ਜਿਹੜੇ ਰਖਵਾਲੇ ਸੀਗੇ ਉਹ ਵੀ ਡਰ ਗਏ ਜਦੋਂ ਸਵਰਗਦੂਤਾਂ ਨੇ ਕੀ ਕੀਤਾ, ਪੱਥਰ ਸਾਈਡ ਤੇ ਕਰ ਦਿੱਤਾ ਤੇ ਉਹ ਡਰ ਕੇ ਨੱਠ ਗਏ। ਹਾਂਜੀ। स्वर्गदूत ने स्त्रियों से कहा, हाँ। मत डरो। स्वर्गदूता ने मरियम ਨੂੰ ਕੀ ਕਿਹਾ, मत डरो। मैं जानता हूँ कि तुम यीशु को जो क्रूस पर चढ़ाया गया था ढूंढती हो। हाँ। वह यहाँ नहीं है। वह जहाँ नहीं है। स्वर्गदूत कहते ਹੁਣ ਇੱਥੇ ਨਹੀਂ ਹੈ ਕਬਰ ਦੇ ਵਿੱਚ। ਹਾਂਜੀ। परंतु अपने वचन के अनुसार जी उठा है। हालेलुया। स्वर्गदूत ਕੀ ਕਹਿੰਦੇ ਆ, ਯਿਸੂ ਮਸੀਹ ਆਪਣੇ ਵਚਨ ਦੇ ਅਨੁਸਾਰ, ਆਪਣੇ ਵਾਅਦੇ ਦੇ ਅਨੁਸਾਰ ਉਹ ਤੀਜੇ ਦਿਨ ਜੀ ਉੱਠੇ ਆ। ਯਿਸੂ ਮਸੀਹ ਨੇ ਜਦੋਂ ਆਪਣੀ ਸੇਵਕਾਈ ਦੇ ਦੌਰਾਨ ਸੀਗਾ, ਕਰੂਸ ਤੇ ਚੜ੍ਹਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਮੈਂ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉਠਾਂਗਾ। ਪਰ ਚੇਲੇ ਇਸ ਗੱਲ ਨੂੰ ਭੁੱਲ ਚੁੱਕੇ ਸੀਗੇ, ਜਿੰਨੇ ਵੀ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਸੀਗੇ ਉਹ ਭੁੱਲ ਚੁੱਕੇ ਸੀਗੇ ਇਸ ਘਟਨਾ ਨੂੰ। ਪਰ ਯਿਸੂ ਮਸੀਹ ਆਪਣੇ ਵਚਨ ਦੇ ਅਨੁਸਾਰ ਜੀ ਉੱਠੇ ਆ। ਹਾਲੇਲੂਇਆ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਨੇ ਕੋਈ ਤੁਹਾਨੂੰ ਗੱਲ ਕਹੀ ਆ, ਤੁਸੀਂ ਭੁੱਲ ਸਕਦੇ ਆ, ਮੈਂ ਭੁੱਲ ਸਕਦਾ, ਪਰ ਪਰਮੇਸ਼ਰ ਕਦੇ ਭੁੱਲਦਾ। ਜਿਹੜਾ ਪਰਮੇਸ਼ਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਆ
कि मैं ਤੁਹਾਡੇ ਨਾਲ जुगां ਦੇ अंत तक हमेशा ਤੁਹਾਡੇ ਨਾਲ कदे नहीं ਛੱਡਾਂਗਾ। कई बार सानू लग सकदा है कि परमेश्वर ने छੱਡ ਦਿੱਤਾ है, पर परमेश्वर सानू कदे भी नहीं छੱਡਦਾ। ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਤੇ ਸਮੇਂ-ਸਮੇਂ ਸਿਰ ਸਾਡੀਆਂ ਚੀਜ਼ਾਂ ਨੂੰ ਮੁਹੱਈਆ ਕਰਦਾ ਹੈ ਤੇ ਸਾਡੀ हर एक ਜਿਹੜੀ ਸਾਡੀ ਲਾਈਫ ਦੇ ਵਿੱਚ ਆਉਣ ਵਾਲੀ ਰੁਕਾਵਟ ਹੈ, ਪੱਥਰ ਹੈ, ਉਹ ਪਰਮੇਸ਼ਰ ਆਪਣੀ ਸਰਵਉੱਤਰ ਨੂੰ ਤੇ ਘੱਲ ਕੇ ਸਾਈਡ ਤੇ ਕਰ ਦਿੰਦਾ ਹੈ। ਆਮੀਨ, ਹਾਲੇਲੂਇਆ। ਫਿਰ ਕੀ ਹੋਇਆ? ਸਵਰਗਦੂਤ ਕਹਿੰਦੇ ਆ ਕਿ ਉਹ ਆਪਣੇ ਵਾਅਦੇ ਦੇ ਅਨੁਸਾਰ, ਆਪਣੇ ਵਚਨ ਦੇ ਅਨੁਸਾਰ ਜੀ ਉੱਠੇ ਆ। ਯਿਸੂ ਮਸੀਹ ਆਪਣੇ ਵਾਅਦੇ ਦੇ ਅਨੁਸਾਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਫਿਰ ਕੀ ਹੋਇਆ? आओ ये स्थान देखो जहाँ प्रभु बड़ा था। और शीघ्र जाकर उसके चेलों से कहो कि वह मृतकों में से जी उठा है। हाँ जी। और वह तुमसे पहले गलील को जाता है। हाँ जी। वहाँ उसका दर्शन पाओगे। हाँ जी। देखो मैंने तुमसे कह दिया। हाँ जी। वह भय और बड़े आनंद के साथ कब्र से शीघ्र लौटकर उसके चेलों को समाचार देने के लिए दौड़ गई। हाँ जी। तब यीशु उन्हें मिला और कहा सलाम। उन्होंने पास आकर और उसके पांव पकड़कर उसको दंडवत किया। तब यीशु ने उनसे कहा मत डरो मेरे भाइयों से जाकर कहो कि गलील को चले जाएं, वहां मुझे देखेंगे। हाँ जी। ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੇ ਦਰਸ਼ਨ ਕਿਹਨੂੰ ਦਿੱਤੇ? ਮਰੀਅਮ ਮਗਦਲੀਨ ਨੂੰ। ਦਰਸ਼ਨ ਦੇ ਕੇ ਕੀ ਕਹਿੰਦਾ ਜਾਓ ਇਹ ਸਮਾਚਾਰ ਜਾ ਕੇ ਮੇਰੇ ਚੇਲਿਆਂ ਨੂੰ ਸੁਣਾ ਦਿਓ। ਚੇਲੇ ਡਰੇ ਹੋਏ ਸੀਗੇ, ਇੱਕ ਕਮਰੇ ਦੇ ਵਿੱਚ ਬੰਦ ਸੀਗੇ, ਅੱਧੇ ਤੇ ਕੰਮਾਂ ਕਾਰਾਂ ਦੇ ਵਿੱਚ ਲੱਗ ਚੁੱਕੇ ਸੀ। ਪਰ ਯਿਸੂ ਮਸੀਹ ਕਹਿੰਦਾ ਕੀ ਕਰ, ਮੇਰੇ ਭਰਾਵਾਂ ਨੂੰ ਜਾ ਕੇ ਕੀ ਕਹਿ, ਉਹਨਾਂ ਨੂੰ ਸੁਨੇਹਾ ਦੇ ਕਿ ਯਿਸੂ ਮਸੀਹ ਆਪਣੇ ਵਚਨ ਦੇ ਅਨੁਸਾਰ ਜੀ ਉੱਠੇ ਆ ਤੇ ਉਹ ਗਲੀਲ ਨੂੰ ਜਾਣ ਕਿ ਮੈਂ ਉਹਨਾਂ ਦੇ ਅੱਗੇ ਅੱਗੇ ਚੱਲਾਂਗਾ। ਹਾਲੇਲੂਇਆ। ਯਿਸੂ ਮਸੀਹ ਜੀ ਉੱਠੇ। ਬਾਈਬਲ ਜਦੋਂ ਅਸੀਂ ਉਤਪਤ ਪੜ੍ਹਦੇ ਹਾਂ, ਜਦੋਂ ਅਸੀਂ ਆਦਮ ਨੂੰ ਦੇਖਦੇ ਹਾਂ, ਆਦਮ ਦਾ ਪਰਮੇਸ਼ਰ ਕੌਣ ਸੀਗਾ? ਆਦਮ ਦਾ ਪਿਤਾ ਕੌਣ ਸੀਗਾ? ਪਰਮੇਸ਼ਰ ਸੀਗਾ ਉਸਦਾ ਪਿਤਾ। ਤੇ ਯਿਸੂ ਮਸੀਹ ਦਾ ਪਿਤਾ ਕੌਣ ਸੀਗਾ? ਉਸਦਾ ਪਿਤਾ ਵੀ ਪਰਮੇਸ਼ਰ ਸੀਗਾ। ਜਿਹੜਾ ਪਹਿਲਾ ਆਦਮ ਸੀਗਾ ਉਹ ਪਰਮੇਸ਼ਰ ਨੇ ਬਣਾਇਆ, ਉਹ ਪਾਪ ਦੇ ਗੁਨਾਹ ਦੇ ਵਿੱਚ ਫਸ ਗਿਆ ਤੇ ਉਸਨੇ ਕੀ ਕਰ ਲਿਆ? ਆਪਣੀ ਜ਼ਿੰਦਗੀ ਦੇ ਵਿੱਚ ਮੌਤ ਨੂੰ ਲੈ ਆਂਦਾ। ਕੀ ਲੈ ਆਂਦਾ? ਮੌਤ ਨੂੰ ਲੈ ਆਂਦਾ। ਜਿਹੜਾ ਪਹਿਲਾ ਇਨਸਾਨ ਸੀਗਾ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਲੈ ਆਂਦਾ? ਮੌਤ ਲੈ ਆਂਦੀ। ਉਹ ਮੌਤ ਜਿਹੜੀ ਸੀ, ਜਿੰਨੇ ਵੀ ਉਸਦੇ ਵੰਸ਼ ਪੈਦਾ ਹੋਇਆ, ਕਿ ਬੱਚੇ ਪੈਦਾ ਹੋਏ, ਉਹ ਮੌਤ ਉਹਨਾਂ ਉੱਤੇ ਰਾਜ ਕਰਦੀ ਗਈ। ਪਾਪ ਇੱਕ ਇਹੋ ਜਿਹੀ ਬਿਮਾਰੀ ਆ, ਉਸ ਨੂੰ ਤੁਸੀਂ ਬਲੱਡ ਬਿਮਾਰੀ ਕਹਿ ਸਕਦੇ ਆ, ਜਿਹੜੀ ਖੂਨ ਤੋਂ ਖੂਨ ਚੱਲਦੀ ਰਹਿੰਦੀ ਆ। ਇੱਕ ਇਹੋ ਜਿਹਾ ਸ਼ਰਾਪ ਹੈ ਜੋ ਪੀੜ੍ਹੀ ਤੋਂ ਪੀੜ੍ਹੀ ਤੱਕ ਚੱਲਦਾ ਰਹਿੰਦਾ ਆ। ਜਿਹੜਾ ਆਦਮ ਸੀਗਾ, ਜਦੋਂ ਉਸਦੀ ਜ਼ਿੰਦਗੀ ਵਿੱਚ ਮੌਤ ਆ ਗਈ, ਜਿੰਨੇ ਵੀ ਉਸਦੇ ਬੱਚੇ ਪੈਦਾ ਹੋਏ ਉਹ ਵੀ ਮੌਤ ਦੇ ਦੁਆਰਾ ਹੀ ਪੈਦਾ ਹੋਏ ਆ ਕਿ ਉਹ ਜੰਮੇ ਤੇ ਕੁਝ ਸਮੇਂ ਬਾਅਦ ਖਤਮ ਹੋ ਗਏ, ਮਰ ਗਏ। ਪਰ ਯਿਸੂ ਮਸੀਹ ਨੇ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਮੌਤ ਉੱਤੇ ਫਤਹ ਪਾਈ ਆ, ਜਿੱਤ ਪਾਈ ਆ। ਜਦੋਂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਮੌਤ ਉੱਤੇ ਜਿੱਤ ਪਾ ਲਈ ਤੇ ਉਹ ਜਿੱਤ ਕੇ ਆਪਣਾ ਅਧਿਕਾਰ ਆਪਣੇ ਚੇਲਿਆਂ ਨੂੰ, ਆਪਣੀ ਅਥਾਰਟੀ, ਆਪਣੀ ਸਾਰੇ ਗਿਫਟ ਤੇ ਵਰਦਾਨ ਉਹ ਆਪਣੇ ਚੇਲਿਆਂ ਨੂੰ ਪ੍ਰੋਵਾਈਡ ਕਰਦੇ ਆ। ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ ਸੀਗਾ, ਤੁਸੀਂ ਇਸ ਘਟਨਾ ਨੂੰ ਸਾਰੇ ਜਾਣਦੇ ਆ। ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ ਤਾਂ ਕੀ ਪਰਮੇਸ਼ਰ ਨੇ ਕਿਹਾ ਸੀਗਾ ਆਦਮ ਤੇ ਹਵਾ ਨੂੰ ਕਿ ਅੱਜ ਤੋਂ ਤੁਸੀਂ ਦੋ ਨਹੀਂ ਇੱਕ ਹੋ? ਕਿਹਾ ਸੀਗਾ? ਯਾਦ ਹੈ ਸਾਰਿਆਂ ਨੂੰ? ਪਰਮੇਸ਼ਰ ਨੇ ਕੀ ਕਿਹਾ ਸੀਗਾ? ਆਦਮ ਜਦੋਂ ਪਰਮੇਸ਼ਰ ਨੇ ਬਣਾਇਆ, ਉਸਦੇ ਕੋਲ ਔਰਤ ਨੂੰ ਲੈ ਕੇ ਆਇਆ ਤਾਂ ਕੀ ਕਿਹਾ ਤੁਸੀਂ? ਅੱਜ ਤੋਂ ਦੋ ਨਹੀਂ ਤੁਸੀਂ। ਉਸ ਤੋਂ ਪਹਿਲਾਂ ਕੀ ਕਿਹਾ ਸੀਗਾ? ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ ਹੈਗਾ। ਜਿਹੜਾ ਆਦਮ, ਬਾਈਬਲ ਕਹਿੰਦੀ ਆ ਕਿ ਆਦਮ ਜਿਹੜਾ ਅਸੀਂ ਉਤਪਤ ਦੇ ਵਿੱਚ ਪੜ੍ਹਦੇ ਆ, ਤੇ ਬਾਈਬਲ ਦਾ ਦੂਸਰਾ ਆਦਮ ਹੋਇਆ ਯਿਸੂ ਮਸੀਹ। ਬਾਈਬਲ ਦਾ ਦੂਸਰਾ ਮਨੁੱਖ ਜਿਹੜਾ ਹੋਇਆ ਆ ਉਹ ਯਿਸੂ ਮਸੀਹ ਹੋਇਆ। ਬਾਈਬਲ ਕਹਿੰਦੀ ਆ ਇੱਕ ਇਨਸਾਨ ਦੇ ਦੁਆਰਾ ਇਸ ਸੰਸਾਰ ਦੇ ਵਿੱਚ ਮੌਤ ਆਈ ਤੇ ਇੱਕ ਇਨਸਾਨ ਦੇ ਦੁਆਰਾ ਜੀਵਨ ਆਇਆ। ਜੀਵਨ ਯਿਸੂ ਮਸੀਹ ਦੇ ਦੁਆਰਾ ਆਇਆ ਤੇ ਮੌਤ ਆਦਮ ਦੇ ਦੁਆਰਾ ਆਈ।
ਪਹਿਲੇ ਇਨਸਾਨ ਨੂੰ ਪਰਮੇਸ਼ਰ ਕੀ ਕਹਿੰਦਾ ਆ ਕਿ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ ਆ। ਉਸ ਲਈ ਕੀ ਬਣਾਈ, ਇੱਕ ਦੁਲਹਨ ਬਣਾਈ, ਔਰਤ ਬਣਾਈ, ਦੁਲਹਨ। ਅਗਰ ਆਦਮ ਦਾ ਇਕੱਲਾ ਰਹਿਣਾ ਠੀਕ ਨਹੀਂ ਸੀਗਾ, ਯਿਸੂ ਜੀ ਦਾ ਇਕੱਲਾ ਰਹਿਣਾ ਠੀਕ ਸੀਗਾ ਕਿ ਨਹੀਂ? ਪਰਮੇਸ਼ਰ ਯਿਸੂ ਮਸੀਹ ਦਾ ਵੀ ਇਕੱਲਾ ਰਹਿਣਾ ਠੀਕ ਨਹੀਂ ਆ। ਫਿਰ ਪਰਮੇਸ਼ਰ ਨੇ ਕੀ ਕੀਤਾ, ਉਸ ਦੇ ਲਈ ਇੱਕ ਦੁਲਹਨ ਤਿਆਰ ਕੀਤੀ ਆ। ਹਾਲੇਲੂਇਆ। ਕੀ ਤਿਆਰ ਕੀਤੀ? ਦੁਲਹਨ। ਸੰਸਾਰਿਕ ਦੁਲਹਨ ਨਹੀਂ ਬਲਕਿ ਆਤਮਿਕ ਦੁਲਹਨ ਤਿਆਰ ਕੀਤੀ ਆ। ਯਿਸੂ ਮਸੀਹ ਕਹਿੰਦਾ ਮੈਂ ਆਪਣੀ ਦੁਲਹਨ ਨੂੰ, ਮਤਲਬ ਆਪਣੀ ਕਲੀਸਿਆ ਨੂੰ ਲੈਣ ਆਇਆ, ਤੁਸੀਂ ਉਸ ਦੀ ਕੀ ਹੋ? ਦੁਲਹਨ। ਹਾਲੇਲੂਇਆ। ਯਿਸੂ ਮਸੀਹ ਇਕੱਲਾ ਨਹੀਂ ਛੱਡਿਆ ਪਰਮੇਸ਼ਰ ਨੇ। ਆਦਮ ਜਿਹੜਾ ਪਹਿਲਾ ਆਦਮ ਸੀਗਾ, ਉਸ ਦੀ ਪਸਲੀ ਦੇ ਵਿੱਚੋਂ ਕੀ ਕੀਤਾ ਗਿਆ ਸੀਗਾ? ਉਸ ਦੀ ਦੁਲਹਨ ਤਿਆਰ ਕੀਤੀ ਗਈ ਸੀ। ਹਾਲੇਲੂਇਆ। ਉਸ ਦੀ ਦੁਲਹਨ ਤਿਆਰ ਕੀਤੀ ਗਈ ਸੀ। ਤੇ ਯਿਸੂ ਮਸੀਹ ਦਾ ਜਿਹੜਾ ਇਨਸਾਨ ਲਹੂ ਤੇ ਮਾਸ ਖਾਂਦਾ ਹੈ, ਉਸ ਦੇ ਵਿੱਚ ਕੀ ਰਹਿੰਦਾ ਆ? ਅਨੰਤ ਜੀਵਨ ਰਹਿੰਦਾ ਆ। ਤੇ ਯਿਸੂ ਮਸੀਹ ਦੀ ਪਸਲੀ ਦੇ ਵਿੱਚ ਕੀ ਵੱਜਿਆ ਸੀਗਾ? ਨੀਚਾ ਵੱਜਿਆ ਸੀਗਾ। ਆਦਮ ਦੀ ਪਸਲੀ ਦੇ ਵਿੱਚ ਕੀ ਵੱਜਿਆ ਸੀਗਾ? ਉੱਥੋਂ ਵੀ ਪਸਲੀ ਕੱਟੀ ਗਈ ਸੀ। ਆਦਮ ਦੀ ਜਿਹੜੀ ਔਰਤ ਸੀਗੀ, ਉਸ ਦੀ ਦੁਲਹਨ ਸੀਗੀ, ਉਸ ਦੀ ਪਸਲੀ ਦੇ ਵਿੱਚੋਂ ਕੱਟੀ ਗਈ। ਕਿ ਤੁਸੀਂ ਸਾਰੇ, ਮੈਂ ਤੇ ਤੁਸੀਂ ਯਿਸੂ ਮਸੀਹ ਦੀ ਪਸਲੀ ਦੇ ਵਿੱਚੋਂ ਕੱਟੇ ਗਏ ਆ। ਇਸ ਲਈ ਉਸ ਦੀ ਪਸਲੀ ਦੇ ਵਿੱਚ ਨੇਜਾ ਮਾਰਿਆ ਗਿਆ। ਅਸੀਂ ਯਿਸੂ ਮਸੀਹ ਦੇ ਵਿੱਚੋਂ ਨਿਕਲੇ ਹੋਏ ਆ। ਹਾਲੇਲੂਇਆ। ਤਾਂ ਹੀ ਉਸਨੇ ਕਿਹਾ ਕਿ ਮੈਂ ਤੁਹਾਨੂੰ ਅਧਿਕਾਰ ਦਿੰਦਾ ਆ, ਤੁਸੀਂ ਕੀ ਹੋ? ਮੇਰੇ ਧੀਆਂ ਤੇ ਪੁੱਤਰ। ਉਸਨੇ ਸਾਨੂੰ ਅਧਿਕਾਰ ਦਿੱਤਾ ਪਰਮੇਸ਼ਰ ਦੇ ਧੀਆਂ ਤੇ ਪੁੱਤਰ ਹੋਣ ਦਾ। ਪਹਿਲੇ ਆਦਮ ਦੀ ਪਤਨੀ ਕੌਣ ਸੀਗੀ? ਉਸ ਦੀ ਦੁਲਹਨ ਕੌਣ ਸੀ? ਹਵਾ ਸੀਗੀ। ਪਰ ਪਰਮੇਸ਼ਰ ਯਿਸੂ ਮਸੀਹ ਦੀ ਕਲੀਸਿਆ ਉਹਦੀ ਕੀ ਆ? ਦੁਲਹਨ ਹੈ। ਹਾਲੇਲੂਇਆ। ਉਸ ਦੁਲਹਨ ਨੂੰ ਜਿਹੜਾ ਅਧਿਕਾਰ ਆਦਮ ਨੂੰ ਮਿਲਿਆ ਸੀਗਾ, ਉਹੀ ਅਧਿਕਾਰ ਹਵਾ ਨੂੰ ਵੀ ਮਿਲਿਆ ਆ। ਜੋ ਆਗਿਆ ਪਰਮੇਸ਼ਰ ਨੇ ਆਦਮ ਨੂੰ ਦਿੱਤੀ ਸੀ, ਉਹੀ ਹਵਾ ਨੂੰ ਵੀ ਮਿਲੀ। ਜੋ ਅਧਿਕਾਰ ਪਰਮੇਸ਼ਰ ਨੇ ਆਦਮ ਨੂੰ ਦਿੱਤਾ ਸੀਗਾ, ਉਹੀ ਹਵਾ ਨੂੰ ਵੀ ਦਿੱਤਾ ਸੀਗਾ। ਹਾਲੇਲੂਇਆ। ਤੇ ਪਰਮੇਸ਼ਰ ਨੇ ਉਹੀ ਅਧਿਕਾਰ ਜਿਹੜਾ ਯਿਸੂ ਮਸੀਹ ਦੇ ਕੋਲ ਸੀਗਾ, ਉਹੀ ਅਧਿਕਾਰ ਸਾਨੂੰ ਵੀ ਦਿੱਤਾ ਆ। ਜਦੋਂ ਅਸੀਂ ਲੂਕਾ ਦੀ ਇੰਜੀਲ ਪੜ੍ਹਦੇ ਆ, ਉਹਦਾ 10ਵਾਂ ਅਧਿਆਇ, ਉਹਦੀ 18 ਤੇ 19 ਆਇਤ ਪੜ੍ਹਦੇ ਆ, ਤਾਂ ਉੱਥੇ ਲਿਖਿਆ ਆ, ਯਿਸੂ ਮਸੀਹ ਨੇ ਕਿਹਾ ਕਿ ਮੈਂ ਆਪਣਾ ਅਧਿਕਾਰ ਤੁਹਾਨੂੰ ਦਿੰਦਾ ਹਾਂ। ਕਹਿੰਦਾ ਮੇਰੇ ਕੋਲ, ਕਹਿੰਦਾ ਜ਼ਮੀਨ ਤੇ ਆਸਮਾਨ ਨੂੰ ਵੰਡਣ ਦਾ ਅਧਿਕਾਰ ਮੇਰੇ ਕੋਲ ਹੈ, ਮੇਰੇ ਕੋਲ ਹੈ। ਕਹਿੰਦਾ ਜ਼ਮੀਨ ਦਾ ਅਧਿਕਾਰ ਵੀ ਮੇਰੇ ਕੋਲ ਹੈ। ਯਿਸੂ ਮਸੀਹ ਕਹਿੰਦੇ ਆਸਮਾਨ ਦਾ ਅਧਿਕਾਰ ਵੀ ਮੇਰੇ ਕੋਲ ਹੈ। ਯਿਸੂ ਮਸੀਹ ਕਹਿੰਦਾ ਆਪਣੇ ਚੇਲਿਆਂ ਨੂੰ, ਆਪਣੀ ਕਲੀਸਿਆ ਨੂੰ ਕੀ ਕਹਿੰਦਾ? ਕਹਿੰਦਾ ਜਾਓ, ਮੈਂ ਆਪਣਾ ਅਧਿਕਾਰ ਤੁਹਾਨੂੰ ਦਿੰਦਾ ਆ। ਕਿਹੜਾ ਅਧਿਕਾਰ ਦਿੱਤਾ ਯਿਸੂ ਮਸੀਹ ਨੇ? ਕਹਿੰਦਾ ਤੁਸੀਂ ਕੀ ਕਰੋਗੇ? ਸੱਪਾਂ ਤੇ ਬਿੱਛੂਆਂ ਨੂੰ ਮਿੱਧੋਗੇ। ਆਦਮ ਦੇ ਕੋਲ ਦੁਨੀਆ ਦਾ ਅਧਿਕਾਰ ਸੀਗਾ, ਤੇ ਮੈਨੂੰ ਤੇ ਤੁਹਾਨੂੰ ਜਿੰਨੇ ਵੀ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਆ, ਯਿਸੂ ਮਸੀਹ ਨੇ ਜ਼ਮੀਨ ਦਾ ਅਧਿਕਾਰ ਵੀ ਦਿੱਤਾ ਤੇ ਹੈਵਨ ਦਾ ਅਧਿਕਾਰ ਵੀ ਦਿੱਤਾ। ਹਾਲੇਲੂਇਆ। ਜਿਹੜਾ ਅਧਿਕਾਰ ਪਰਮੇਸ਼ਰ ਨੇ ਆਦਮ ਨੂੰ ਦਿੱਤਾ ਸੀਗਾ, ਉਹੀ ਅਧਿਕਾਰ ਹਵਾ ਨੂੰ ਵੀ ਮਿਲਿਆ। ਤੇ ਪਰਮੇਸ਼ਰ ਨੇ ਜਿਹੜਾ ਅਧਿਕਾਰ ਯਿਸੂ ਮਸੀਹ ਨੂੰ ਦਿੱਤਾ ਸੀਗਾ, ਉਹੀ ਅਧਿਕਾਰ ਸਾਨੂੰ ਵੀ ਮਿਲਿਆ ਆ। ਸਮਝ ਰਹੇ ਆ? ਉਸਨੇ ਆਪਣੀ ਪਾਵਰ, ਆਪਣੀ ਸ਼ਕਤੀ ਸਾਨੂੰ ਦਿੱਤੀ ਸੱਪਾਂ ਦੇ ਬਿੱਛੂਆਂ ਨੂੰ, ਮਤਲਬ ਸਾਰੀ ਸ਼ੈਤਾਨ ਦੀ ਤਾਕਤ ਉੱਤੇ ਜੋ ਦੁਨੀਆ ਨੂੰ ਕੰਟਰੋਲ ਦੇ ਵਿੱਚ ਕਰਦੀ ਆ, ਉਸ ਕੰਟਰੋਲ ਕਰਨ ਵਾਲੀ ਸ਼ਕਤੀ ਨੂੰ ਸਾਡੇ ਪੈਰਾਂ ਹੇਠਾਂ ਕਰ ਦਿੱਤਾ। ਹਾਲੇਲੂਇਆ। ਹਾਲੇਲੂਇਆ। ਅਧਿਕਾਰ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ। ਇਹ ਲੂਕਾ ਤੁਸੀਂ 10ਵਾਂ ਅਧਿਆਇ ਉਹਦੀ 18 ਤੇ 19 ਆਇਤ ਵਿੱਚ ਪੜ੍ਹ ਸਕਦੇ ਆ। ਯਿਸੂ ਜੀ ਨੇ ਕਿਹਾ ਜੋ ਤੁਸੀਂ ਧਰਤੀ ਤੇ ਬੰਨੋਗੇ ਉਹ ਸਵਰਗ ਵਿੱਚ ਬੰਨਿਆ ਜਾਏਗਾ। ਹਾਲੇਲੂਇਆ।